हेलो। हाँ जी। सो यस सर। ਆਪਾਂ ਕੱਲ ਜਿਹੜਾ ਜੋ ਇਨਫੋਰਮੇਸ਼ਨ ਕੀਤੀ ਸੀ ਉਹਦੇ ਵਿੱਚ ਆਪਾਂ ਇਹਦੀਆਂ ਸਰਵਿਸਿਜ਼ ਦੀ ਗੱਲ ਕਰ ਰਹੇ ਸੀ ਕਿ ਐਕਟਿਵ ਸੈਟੇਲਾਈਟ ਕੀ ਹੈ, ਪੈਸਿਵ ਸੈਟੇਲਾਈਟ ਕੀ ਹੈ, ਉਹਦੇ ਡਿਸਐਡਵਾਂਟੇਜ। ਪੈਸਿਵ ਸੈਟੇਲਾਈਟ ਕੀ ਹੈ, ਉਹਦੇ ਡਿਸਐਡਵਾਂਟੇਜ ਕੀ ਨੇ, ਆ ਦੇਖੋ। ਠੀਕ ਹੈ। ਐਕਟਿਵ ਸੈਟੇਲਾਈਟ ਕੀ ਹੈ, ਇਹਦੇ ਐਡਵਾਂਟੇਜ ਕੀ ਹੈ ਓਵਰ ਪੈਸਿਵ। ਇਹ ਤੁਹਾਡੇ ਕੋਲ ਇਨਫੋਰਮੇਸ਼ਨ ਆ ਗਈ ਹੈ ਨਾ ਸਾਰੀ। ਹੈਲੋ ਸਰ ਪੀਪੀਟੀ ਦੇ ਵਿੱਚ हाँ मतलब जी आ मैं जो शेयर करदा ये तुहाडे कोल इन्फॉर्मेशन आई नहीं। सर पीपीटी ਤਾਂ आई थिंक नहीं आई सर ग्रुप ਵਿੱਚ। नहीं आ ਜਿਹੜੀ मैं भेज रहा ये ਨਾਲ ਹੀ ਚੱਲ ਰਹੀ ਆ, ਤੁਸੀਂ ਵੀਡੀਓ ਦੇਖੋ ਨਾ। ਹਾਂਜੀ ਸਰ ਵੀਡੀਓ ਦੇ ਵਿੱਚ ਆ ਰਹੀ ਹੈ। ਹਾਂ ਤਾਂ ਫਿਰ ਇਹੀ ਡਾਟਾ ਹੈ, ਇਨਫੋਰਮੇਸ਼ਨ ਹੈ। ਹੁਣ ਫਿਰ ਜਿਹੜੀਆਂ ਜ਼ੂਮ ਵਾਲੀਆਂ ਕਲਾਸਾਂ ਆ ਉਹਦੇ ਵਿੱਚ ਆਡੀਓ ਸਾਡੀ, ਵੀਡੀਓ ਜਿਹੜੀ ਤੁਹਾਨੂੰ ਤੁਸੀਂ ਵੀਡੀਓ ਦੇਖ ਰਹੇ ਆ, ਪਲੱਸ ਜਿਹੜਾ ਟੈਕਸਟ ਆ ਉਹ ਇਨਫੋਰਮੇਸ਼ਨ ਨਾਲ ਮਿਲ ਰਹੀ ਹੈ। ਠੀਕ ਹੈ। ਐਕਟਿਵ ਸੈਟੇਲਾਈਟ ਦੇ ਪੈਸੇ ਦਾ ਫਰਕ ਹੈ ਕਿ ਜਿਹੜਾ ਸਿਗਨਲ ਜਦੋਂ ਉੱਪਰ ਜਾਂਦਾ ਆ ਸੈਟੇਲਾਈਟ ਨੇ ਜਿਹਦਾ ਪੈਸਿਵ ਆ ਉਹ ਵਿਦਆਊਟ ਐਂਪਲੀਫਿਕੇਸ਼ਨ ਹੈ। ਜਿਹੜਾ ਐਕਟਿਵ ਹੈ ਉੱਥੇ ਉਹਨੂੰ ਰਿਸੀਵ ਕਰਕੇ ਐਂਪਲੀਫਾਈ ਕਰਕੇ ਮੋਡੀਫਾਈ ਕਰਕੇ ਫਿਰ ਰੀਡਾਇਰੈਕਟ ਕਰਦਾ ਵਾਪਸ ਅਰਥ ਸਟੇਸ਼ਨ ਵੱਲ। ਇਹੀ ਫਰਕ ਹੈ। ਠੀਕ ਹੈ। ਤੇ ਚਲੋ ਸਰਵਿਸਿਜ਼ ਦੀ ਗੱਲ ਕੀਤੀ ਸੀ, ਹੁਣ ਆਪਾਂ ਅੱਜ ਐਡਵਾਂਟੇਜ ਦੀ ਗੱਲ ਕਰਾਂਗੇ। ਐਡਵਾਂਟੇਜ ਕੀ ਨੇ ਸੈਟੇਲਾਈਟ ਕਮਿਊਨੀਕੇਸ਼ਨ ਦੇ? ਐਡਵਾਂਟੇਜ ਤਾਂ ਬਹੁਤ ਹੈ, ਯੂਨੀਵਰਸਲ ਵੀ ਹੈ ਤੇ ਵਰਸਟਾਈਲ ਵੀ ਹੈ। ਯੂਨੀਵਰਸਲ ਵਿੱਚ ਉਹ ਕਹਿੰਦਾ ਕਿ ਸੈਟੇਲਾਈਟ ਕਮਿਊਨੀਕੇਸ਼ਨਸ ਆਰ ਅਵੇਲੇਬਲ ਵਰਚੁਅਲੀ ਐਵਰੀਵੇਅਰ। ਤੁਸੀਂ ਇਹ ਦੇਖੋ ਕਿ ਪੂਰਾ ਵਰਲਡ ਆਪਸ ਵਿੱਚ ਹੀ ਕਨੈਕਟ ਹੈ। ਪੂਰੇ ਵਰਲਡ ਨੂੰ, ਪੂਰੇ ਗਲੋਬ ਨੂੰ, ਪੂਰੀ ਕੰਟਰੀਜ਼ ਨੂੰ, ਪੂਰੇ ਕੰਟੀਨੈਂਟਸ ਨੂੰ, ਇੰਟਰ ਕੰਟੀਨੈਂਟਸ ਨੂੰ ਇੱਕ ਦੂਜੇ ਨਾਲ ਕਨੈਕਟ ਕਰਨ ਵਾਸਤੇ, ਕਿਉਂਕਿ ਸਾਰੀ ਜਗ੍ਹਾ ਫਿਜ਼ੀਕਲ ਵਾਇਰ ਨਹੀਂ ਪਹੁੰਚ ਸਕਦੀ। ਠੀਕ ਹੈ। ਈਵਨ ਵੈਸੇ ਸਮੁੰਦਰ ਵਿੱਚ ਲੇ ਡਾਊਨ ਕੀਤੀ ਹੈ ਆਪਟੀਕਲ ਫਾਈਬਰ, ਪਰ ਉਹ ਸਿਸਟਮ ਬਹੁਤ ਕਾਸਟਲੀ ਹੈ। ਤੇ ਪਰ ਸੈਟੇਲਾਈਟ ਦਾ ਜੇ ਸਿਸਟਮ ਕਾਸਟਲੀ ਹੈ ਤੇ ਕਵਰੇਜ ਰੇਂਜ ਬਹੁਤ ਹੈ। ਠੀਕ ਹੈ। ਤੇ ਇੰਟਾਇਰ ਮੈਂ ਤੁਹਾਨੂੰ ਕਿਹਾ ਸੀ ਕਿ ਮਤਲਬ ਪੂਰਾ ਦਾ ਪੂਰਾ ਜੇ ਸਪੇਸ ਦੇਖਿਆ ਜਾਵੇ ਤੇ ਉਹ ਭਰਿਆ ਪਿਆ। ਮਤਲਬ ਲੀਓ ਦੀ ਗੱਲ ਕਰ ਲਓ, ਮੀਓ ਦੀ ਗੱਲ ਕਰ ਲਓ, ਜੀਓ ਦੀ ਗੱਲ ਕਰ ਲਓ। ਲੀਓ ਦੇ ਵਿੱਚ ਵੀ ਹਜ਼ਾਰਾਂ ਹੀ ਸੈਟੇਲਾਈਟ ਨੇ, ਸਿਰਫ ਇੰਡੀਆ ਕੰਟਰੀ ਦੇ ਨਹੀਂ, ਵਰਲਡ ਵਿੱਚ ਕਿੰਨੇ ਕੰਟੀਨੈਂਟਸ ਤੇ ਕਿੰਨੀਆਂ ਕੰਟਰੀਆਂ, ਸਾਰੇ ਹਰ ਇੱਕ ਨੇ ਆਪੋ ਆਪਣੇ ਸੈਟੇਲਾਈਟ ਛੱਡੇ ਹੋਏ ਨੇ। ਡਿਪੈਂਡ ਕਰਦਾ ਕਿ ਉਹ ਸੈਟੇਲਾਈਟ ਤੋਂ ਅਸੀਂ ਸਰਵਿਸ ਕਿੱਦਾਂ ਦੀ ਲੈਣੀ ਹੈ। ਠੀਕ ਹੈ। ਕਿਆ ਵੈਦਰ ਫੋਰਕਾਸਟਿੰਗ ਦੀ ਲੈਣੀ ਆ, ਜਾਂ ਕਮਿਊਨੀਕੇਸ਼ਨ ਦੀ ਲੈਣੀ ਆ, ਜਾਂ ਰਿਮੋਟ ਸੈਂਸਿੰਗ ਦੀ ਲੈਣੀ ਆ, ਜਾਂ ਡਿਫਰੈਂਟ ਪਲੈਨਟਸ ਨੂੰ ਸਟੱਡੀ ਕਰਨ ਦੀ ਲੈਣੀ ਆ, ਜਾਂ ਵੈਦਰ ਫੋਰਕਾਸਟਿੰਗ ਦੀ ਲੈਣੀ ਆ। ਸਮਝ ਆਉਂਦੀ? ਡਿਪੈਂਡ ਕਰਦਾ ਐਪਲੀਕੇਸ਼ਨ ਕਿਸ ਤਰ੍ਹਾਂ ਦੀ, ਉਸੇ ਹਿਸਾਬ ਦੇ ਸੈਟੇਲਾਈਟ ਹੈ। ਫਿਰ ਅਸੀਂ ਲੀਓ 'ਚ ਛੱਡਣਾ ਤੇ ਉਹਦੇ ਲਈ ਮਤਲਬ ਪੋਲਰ ਔਰਬਿਟ ਦੇ ਵਿੱਚ ਛੱਡਣਾ ਤੇ ਉਹਦੇ ਵਿੱਚ ਸਾਨੂੰ PSLV ਅਲੱਗ ਹੈ। ਤੇ ਪਰ ਨੰਬਰ ਆਫ ਸੈਟੇਲਾਈਟ ਜ਼ਿਆਦਾ ਚਾਹੀਦੇ ਕਿਉਂਕਿ ਇੰਟਾਇਰ ਗਲੋਬ ਨੂੰ ਜੇ ਕਵਰ ਕਰਨਾ ਵਾ। ਮਿਊ ਦੇ ਵਿੱਚ ਥੋੜ੍ਹੇ ਜਿਹੇ ਘੱਟ ਚਾਹੀਦੇ। ਪੋਲਰ ਦੇ ਵਿੱਚ ਸਪੀਡ ਬਹੁਤ ਜ਼ਿਆਦਾ ਹੈ ਔਰਬਿਟ ਦੀ, ਤੇ ਮਿਊ 'ਚ ਹਾਈਟ ਜ਼ਿਆਦਾ ਆ, ਥੋੜ੍ਹੀ ਜਿਹੀ ਸਪੀਡ ਇਹਦੇ ਨਾਲੋਂ ਘੱਟ ਆ। ਪਰ ਜੀਓ 'ਚ ਜੇ ਬਹੁਤ ਹਾਈਟ ਹੈ, ਸਪੀਡ ਜਿਹੜੀ ਅਰਥ ਦੀ ਸਪੀਡ ਦੇ ਬਰਾਬਰ ਹੈ, ਪਰ ਉੱਥੇ ਇੱਕ ਸੈਟੇਲਾਈਟ 1/3 ਨੂੰ 1/3 ਆਫ ਦਾ ਗਲੋਬ ਕਵਰ ਕਰਦਾ। ਤੇ 3 ਸੈਟੇਲਾਈਟ ਜੇ 120 ਡਿਗਰੀ ਦੇ ਅਪਾਰਟ ਰੱਖੀਏ, ਮਤਲਬ 120 ਡਿਗਰੀ 120 ਡਿਗਰੀ 120 ਡਿਗਰੀ ਮੀਨ 360, ਤੇ ਸਾਰਾ ਇੰਟਾਇਰ ਗਲੋਬ ਨੂੰ ਉਹ ਕਵਰ ਕਰ ਸਕਣਗੇ। ਪਤਾ ਲੱਗ ਗਿਆ? ਹੈਲੋ। हाँ बच्चों, तो जो वर्सटाइल सैटेलाइट्स है, सैटेलाइट कैन सपोर्ट ऑल ऑफ टुडेज कम्युनिकेशन भी। ठीक है। तो जिन्नियां साडियां अज दियां मौजूदा संचार वालियां, चाहे वो असी टीवी के थ्रू इनफॉर्मेशन ब्रॉडकास्ट करनी हो, रेडियो के थ्रू इनफॉर्मेशन ब्रॉडकास्ट करनी हो, ठीक है, तो सानू सैटेलाइट के केयू बैंड के जोड़ा ट्रांसपोंडर के केयू बैंड वो सानू सिग्नल में ट्रांसमिट करना पैंदा, मॉडूलेट करके। जे डिजिटल करनी तो इनकोडिंग करनी पैंदी, वापसी वेले उन्होंने डीमॉडूलेट डीकोड करके सानू असी यूजर ते व्यूअर में दे देना। ठीक है। तो सिस्टम जो सैटेलाइट है ये रिलायबल है। क्यों? क्योंकि एक पार्ट तो इनफॉर्मेशन दूसरे पार्ट पहुँच नहीं सकती। इज ए प्रूवन मीडियम फॉर सपोर्टिंग कंपनीज कम्युनिकेशन नीड्स। कोई एक कंपनी नहीं गल, बहुत सारिया कंपनियां हो सकती।
मतलब मैं एक इनफॉर्मेशन अपनी पहुँचानी है किसी होर कंट्री में, तो थ्रू सैटेलाइट मैं पहुँचा सकता बड़े ईजली। और ये प्रूवन मीडियम है, एक परखिया हुआ मीडियम है जोड़ा असीं कहने भरोसेमंद है तो रिलायबल। सीमलैस सैटेलाइट्स इनहेरेंट स्ट्रेंथ एज ए ब्रॉडकास्ट मीडियम मेक्स इट परफेक्ट। स्ट्रेंथ इनहेरेंट स्ट्रेंथ मीनस देखो फ्रीकुएंसी बैंड्स ਦੇ ਵਿੱਚ ਜਿੰਨੀ ਸਾਨੂੰ ਇਨਫੋਰਮੇਸ਼ਨ ਚਾਹੀਦੀ ਜਿਹੜੇ ਸੈਟੇਲਾਈਟ ਦੇ ਫ੍ਰੀਕੁਐਂਸੀ ਬੈਂਡਸ ਨੇ ਉਹਦੇ ਵਿੱਚ ਸਾਨੂੰ ਅਸੀਂ ਬ੍ਰੌਡਕਾਸਟ ਕਰ ਸਕਦੇ ਹਾਂ ਮੀਡੀਅਮ ਲੈਵਲ ਤੇ। ਠੀਕ ਹੈ, ਬ੍ਰੌਡਕਾਸਟ ਮੀਡੀਅਮ ਮੇਕਸ ਇਟ ਏ ਪਰਫੈਕਟ। ਇਨਫੈਕਟ ਕੀ ਹੈ ਕਿ ਸੈਟੇਲਾਈਟ ਇੱਕ ਮੀਡੀਅਮ ਹੈ, ਇੱਕ ਲਿੰਕ ਬਣਾਉਂਦਾ। ਇੱਥੇ ਕਹਿਣ ਦਾ ਮਤਲਬ ਇਹ ਹੈ ਇੱਕ ਲਿੰਕ ਬਣਾਉਂਦਾ ਵਨ ਐਂਡ ਟੂ ਦੂਜੇ ਐਂਡ ਤੱਕ। ਈਵਨ ਸੈਟੇਲਾਈਟ ਟੂ ਸੈਟੇਲਾਈਟ ਵੀ ਕਮਿਊਨੀਕੇਸ਼ਨ ਕੀਤੀ ਜਾ ਸਕਦੀ ਹੈ, ਜਾਂ ਵਨ ਕੰਟੀਨੈਂਟ ਦਾ ਸੈਟੇਲਾਈਟ ਹੈ, ਮੰਨ ਲਓ ਇੰਡੀਆ ਨੇ ਮੰਨ ਲਓ ਆਸਟ੍ਰੇਲੀਆ ਨੂੰ ਇਨਫੋਰਮੇਸ਼ਨ ਭੇਜਣੀ ਹੈ ਤੇ ਥਰੂ ਸੈਟੇਲਾਈਟ ਹੀ ਭੇਜੇਗਾ। ਠੀਕ ਹੈ, ਸੈਟੇਲਾਈਟ ਦੇ। ਠੀਕ ਹੈ, ਉਸ ਤੋਂ ਬਾਅਦ ਇਸ ਕਰਕੇ ਕਹਿੰਦੇ ਇੱਕ ਬੈਸਟ ਮੀਡੀਅਮ ਆ ਜਿਹੜਾ ਪਰਫੈਕਟ ਹੈ, ਤੇ ਤਾਂ ਇਹ ਇਨਹੈਰੈਂਟ ਸਟਰੈਂਥ ਪ੍ਰੋਵਾਈਡ ਕਰਦਾ। ਫਾਸਟ ਹੈ ਸਿੰਸ ਸੈਟੇਲਾਈਟ ਨੈਟਵਰਕ ਕੈਨ ਬੀ ਸੈਟ ਅਪ ਕੁਇਕਲੀ, ਕੰਪਨੀਜ਼ ਕੈਨ ਬੀ ਫਾਸਟ ਟੂ ਮਾਰਕੀਟ ਵਿਦ ਨਿਊ ਸਰਵਿਸਿਜ਼। ਜਿਹੜਾ ਸੈਟੇਲਾਈਟ ਨੈਟਵਰਕ ਆ ਨੀਚੇ ਕੰਟਰੋਲ ਹੈ ਸਾਰਾ, ਉੱਪਰ ਜਿਹੜਾ ਹੈ ਦੇਖੋ ਹੁਣ ਸਾਡੇ ਕੋਲ ਲਾਂਚਿੰਗ ਸੈਂਟਰ ਬਣੇ ਹੋਏ ਆ ਬਣਾ ਲੈਣਾ, ਤੇ ਐਂਟਾਇਰ ਨੈਟਵਰਕ ਨੂੰ ਅਸੀਂ ਅਰਥ ਸਟੇਸ਼ਨ ਦੇ ਨਾਲ ਜੋੜ ਕੇ ਟੈਰੇਸਟਰਾਇਲ ਨੈਟਵਰਕ ਦੇ ਥਰੂ ਅਰਥ ਸਟੇਸ਼ਨ ਨਾਲ ਜੋੜ ਕੇ ਹਾਈ ਫ੍ਰੀਕੁਐਂਸੀ ਐਂਟੀਨਾ ਦੇ ਥਰੂ ਅਸੀਂ ਸੈਟੇਲਾਈਟ ਨੂੰ ਸਿਗਨਲ ਟ੍ਰਾਂਸਮਿਟ ਕਰ ਦਿੰਦੇ ਅਪਲਿੰਕ ਫ੍ਰੀਕੁਐਂਸੀ ਵਿੱਚ। ਫਿਰ ਦੂਜੇ ਐਂਡ ਤੇ ਰਿਸੀਵਿੰਗ ਐਂਡ ਤੇ ਅਸੀਂ ਉੱਥੇ ਵੀ ਅਰਥ ਸਟੇਸ਼ਨ ਪਏ ਨੇ ਜਾਂ ਵੀ ਸੈਟ ਪਏ ਨੇ, ਵੈਰੀ ਸਮਾਲ ਅਪਰਚਰ ਟਰਮੀਨਲਸ, ਜਾਂ ਉੱਥੇ ਵੀ ਹਾਈ ਫ੍ਰੀਕੁਐਂਸੀ ਐਂਟੀਨਾਸ ਪਏ ਨੇ ਜਿਹੜੇ ਉਹ ਸਿਗਨਲ ਨੂੰ ਰਿਸੀਵ ਕਰਦੇ ਨੇ। तो इस तरीके ਨਾਲ ਫਾਸਟ ਜਾਨੀ ਜਿਹੜਾ ਆ ਇਹ ਕੁਇਕ ਮਤਲਬ ਜਿਹੜੀ ਆ ਸਰਵਿਸ ਪ੍ਰੋਵਾਈਡ ਕੀਤੀ ਜਾ ਸਕਦੀ, ਲਿੰਕ ਈਜ਼ੀਲੀ ਫਾਸਟ ਪ੍ਰੋਵਾਈਡ ਕੀਤਾ ਜਾ ਸਕਦਾ। ਸੈਟੇਲਾਈਟ ਨੈਟਵਰਕਸ ਕੈਨ ਬੀ ਸੈਟ ਅਪ ਕੁਇਕਲੀ, ਸੋ ਕੰਪਨੀਜ਼ ਕੈਨ ਬੀ ਫਾਸਟ ਟੂ ਮਾਰਕੀਟ ਵਿਦ ਨਿਊ ਸਰਵਿਸਿਜ਼। तो क्योंकि लिंक बड़ा फास्ट जुड़ता, कम्युनिकेशन बहुत फास्ट है, इस करके जी कंपनीज है वो अपन सर्विसेज प्रोवाइड कर सकती है क्विकली मार्केट में। ठीक, नैक्सट ये सिस्टम फ्लैक्सीबल है, एक्सपैंडेबल है जी, मतलब इनू असी एक्सपैंड कर सकते। हाई क्वालिटी है ओबवियसली, जोड़ा सिग्नल है या जोड़ा असी जो डाटा लेने वो भरोसेमंद है, क्वालिटी वाला डाटा। क्विक प्रोविजन ऑफ सर्विसेज, चलो ये तो अपनी गल है भी लियो मीओ तो जियो में सैटेलाइट तो इतने वाले आ। जोड़ा असी चंद्रयान 2 देखो तो सैटेलाइट चंद्रयान 2 रॉकेट छड्डिया सी, या इस तो पहला मंगल ग्रह मार्स वास्ते भी असी रॉकेट छड्डे आ, उत्थों भी तो इन्फॉर्मेशन सानू मिलती है ना। तो उत्थे किन्ने हाई रेजोल्यूशन वाले कैमराज लगे ने, वो फिर नीचे स्पेस सेंटर में भेजते, स्पेस सेंटर तो बाद सैटेलाइट तो आती, सैटेलाइट तो फिर अर्थ स्टेशन में इन्फॉर्मेशन आती है। ठीक है ना, इस तरीके ना। सो क्विक प्रोविजन ऑफ सर्विसेज, मोबाइल एंड एमरजेंसी कम्युनिकेशन। ओबवियसली तुसी किसी भी जगह बैठे हैं, किसी भी जगह बैठे हैं, मूव कर रहे हैं, तो कोई भी चाहे मोबाइल है चाहे एमरजेंसी कम्युनिकेशन है वो सैटेलाइट द्वारा प्रोवाइड हो सकता है। हाँ बच्चे बोलो। सर जेड़ा सर इसरो ने मंगल ग्रह ते भेजिया सी सैटेलाइट, किदा ਉਹ ਵਾਲਾ ਸਰ ਕਿਹੜਾ ਸੈਟੇਲਾਈਟ ਸੀ ਜਿਹੜਾ ਸਰ ਮਿਸ਼ਨ ਮੰਗਲ ਦੇ ਵਿੱਚ ਯੂਜ਼ ਕੀਤਾ ਸੀ ਸੈਟੇਲਾਈਟ, ਉਹ ਕਿਹੜਾ ਸੈਟੇਲਾਈਟ ਸੀਗਾ ਸਰ? मिशन मार्स वास्ते? जी सर। मार्स वास्ते मैनू चलो एग्जैक्टली नाम याद नहीं, मैं फिर आई विल लेट यू नो नैक्सट टाइम भी मार्स मिशन वास्ते उस सैटेलाइट का नाम की सी। नो प्रॉब्लम, दस दूंगा, कोई गल नहीं। इस तो इलावा नाल एडिशनल इन्फॉर्मेशन होर भी दस दूंगा भी मार्स मिशन कदों लॉन्च किया, अजे तक इंडिया की उपलब्धि आ, ते किन्ने सैटेलाइट लॉन्च किए सी, किहड़े ईयर च किए सी, वो भी तुहानूं दस देवांगे। उहदा नाम की सी, उस मिशन का की नाम सी, राइट, कोई गल नहीं। तुहाडा क्वेश्चन मैं नोट कर लिया। कई बारी बेटा कई बारी पॉइंट्स जिद्दां हुण मैं चंद्रयान 2 क्विकली आ, तो जे असी थोड़ा जिहा इन टच रहने फिर पता लगता रहता। ठीक है ना, कोई गल नहीं, आई विल लेट यू नो। बाकी ओके सर। हाँ, ਜਿਹੜੀਆਂ ਸਰਵਿਸਿਜ਼ ਆ ਦਿਸ ਇਜ਼ ਸੂਟੇਬਲ ਫॉर बोथ डिजिटल एंड एनालॉग, वो ਅਸੀਂ ਦੋਨੋਂ ਤਰ੍ਹਾਂ ਦੀਆਂ ट्रांसमिशन सर्विसेज ਦੀ प्रोविजन ਲੈ ਸਕਦੇ ਹਾਂ, ਚਾਹੇ ਉਹ एनालॉग है चाहे डिजिटल। एप्लीकेशंस की ने एप्लीकेशन है, एप्लीकेशन ਵਿੱਚ ਕੀ ਲਿਖਾਂ, यस एप्लीकेशन ਵਿੱਚ ਜਿੱਦਾਂ ਹੁਣ ਤੁਸੀਂ ਤੁਹਾਨੂੰ ਪਤਾ ਜਿਹੜੇ ਅੱਜ ਕੱਲ੍ਹ ਜਦੋਂ ਅਸੀਂ ਨਿਊਜ਼ ਵਿੱਚ ਸੁਣਦੇ ਆ ਜਿਹੜੇ ਅੱਜ ਕੱਲ੍ਹ ਦੇ ਟੈਰੋਰਿਸਟ
ਟੈਰਰਿਸਟ ਉਹਨਾਂ ਕੋਲ ਮੋਬਾਈਲ ਸੈਟੇਲਾਈਟ ਹੈ, ਮੋਬਾਈਲ ਫੋਨ ਵੀ ਨੇ, ਟੈਲੀਫੋਨ ਦੁਆਰਾ ਵੀ ਸਰਵਿਸ, ਮੋਬਾਈਲ ਸੈਟੇਲਾਈਟ ਵੀ ਨੇ, ਮਤਲਬ ਮੋਬਾਈਲ ਟੈਲੀਫੋਨ ਸੈੱਟ ਨੇ ਉਹਨਾਂ ਕੋਲ, ਸੈਟ ਜਿਹੜਾ ਸੈਟੇਲਾਈਟ ਦੇ ਨਾਲ ਆਪਰੇਟ ਹੁੰਦਾ। तो ਟੈਲੀਕਮਿਊਨੀਕੇਸ਼ਨ ਸਰਵਿਸਿਜ਼ ਵੀ ਪ੍ਰੋਵਾਈਡ ਹੋ ਸਕਦੀ ਆ ਸੈਟੇਲਾਈਟ ਦੁਆਰਾ। ਆਫ ਕੋਰਸ ਟੈਲੀਵਿਜ਼ਨ ਦੁਆਰਾ ਤਾਂ ਅਸੀਂ ਲੈਂਦੇ ਹੀ ਆ, ਈਵਨ ਰੇਡੀਓ ਵਿੱਚ ਵੀ ਲੈਂਦੇ। ਮੈਂ ਤੁਹਾਨੂੰ ਕਿਹਾ ਨਾ ਕਿ ਸੈਟੇਲਾਈਟ ਦੇ ਟਰਾਂਸਪੋਂਡਰ ਤੇ KU ਬੈਂਡ ਦੇ ਵਿੱਚ ਅਸੀਂ ਬਹੁਤ ਸਾਰੀ ਇਨਫੋਰਮੇਸ਼ਨ ਟਰਾਂਸਮਿਟ ਕਰਦੇ ਹਾਂ। ਮਤਲਬ ਉਹ ਮੇਰੀ ਜਿਹੜੀ ਪਹਿਲੀ ਵੀਡੀਓ ਮੈਂ ਭੇਜੀ ਸੀਗੀ ਜਿਹੜੀ ਰੇਡੀਓ ਦੀ ਸੀਗੀ, ਉੱਤੇ ਸੁਣਿਓ, ਉਹ 'ਚ ਬਹੁਤ ਸਾਰੀ ਵੈਲਿਊਬਲ ਇਨਫੋਰਮੇਸ਼ਨ। ਔਰ ਫਿਰ ਇਹ ਵੀ ਮੈਂ ਦੱਸਿਆ ਸੀ ਵੀ ਅਸੀਂ ਜੇ ਇੰਟਰਨੈਟ ਨੂੰ ਅਸੈਸ ਕਰਨਾ ਉਹ ਵੀ ਅਸੀਂ ਸੈਟੇਲਾਈਟ ਦੁਆਰਾ। ਤੇ ਮਿਲਟਰੀ ਵੀ ਜਿਹੜੀ ਆ, ਹੁਣ ਦੇਖੋ ਜਿੱਦਾਂ ਹੁਣ ਮਿਲਟਰੀ ਨੇ ਬਹੁਤ ਸਾਰੇ ਰਿਮੋਟ ਏਰੀਆਜ਼ ਨੂੰ, ਮੰਨ ਲਓ ਜਿੱਦਾਂ ਹੁਣ ਉਹ ਸਪਾਈਂਗ ਸੈਟੇਲਾਈਟ ਵੀ ਭੇਜਦੇ। ਤੁਹਾਨੂੰ ਪਤਾ ਸਪਾਈਂਗ ਸੈਟੇਲਾਈਟ ਕਿਹੜੇ ਹੁੰਦੇ ਆ? ਜਿਹੜੇ ਜਸੂਸੀ ਕਰਦੇ ਆ। ਸਮਝ ਆਉਂਦੀ? ਜਿਹੜਾ ਉਹ ਸਪਾਈਂਗ ਸੈਟੇਲਾਈਟ ਅਸੀਂ ਤਾਂ ਭੇਜਦੇ ਆ ਬਈ ਕਿਸੇ ਜਿਹੜਾ ਹੁਣ ਦੁਸ਼ਮਣ ਕੰਟਰੀ ਆ, ਜਿੱਦਾਂ ਪਾਕਿਸਤਾਨ ਹੀ ਆ ਸਾਡੇ ਕੋਲ, ਤਾਂ ਚਾਈਨਾ ਵਾਸਤੇ ਤਾਂ ਇਹ ਮੁਕਾਬਲਾ ਨਹੀਂ ਕਰ, ਚਾਈਨਾ ਪਹਿਲਾਂ ਹੀ ਬੁੱਝ ਲੈਂਦਾ ਇਹਨਾਂ ਇੰਡੀਆ ਨੂੰ। ਚਲੋ ਐਨੀਵੇ, ਇੰਡੀਆ ਨੇ ਵੀ ਆਪਣਾ ਸਪੇਸ ਦੇ ਵਿੱਚ ਥੋੜਾ ਬਹੁਤ ਨਾਮ ਕਮਾਇਆ। ਇਸਰੋ ਦੀ ਕਾਫੀ ਕੰਟਰੀਬਿਊਸ਼ਨ ਹੈ, ਕਈ ਸਾਰੇ ਸੈਟੇਲਾਈਟ ਨੂੰ ਲਾਂਚ ਕੀਤਾ ਤੇ ਬਹੁਤ ਸਾਰੀ ਇਨਫੋਰਮੇਸ਼ਨ ਹੈ। ਅਜੇ ਵੀ ਸਾਨੂੰ ESA ਯੂਰਪੀਅਨ ਸਪੇਸ ਏਜੰਸੀ ਦੀ, ਰਸ਼ੀਆ ਦੀ ਏਜੰਸੀ ਜਿਹੜੀ ਤਾਸ ਹੈ, ਤੇ ਅਮਰੀਕਾ ਦੀ ਨਾਸਾ, ਇਹਨਾਂ ਦੀ ਹੈਲਪ ਲੈਣੀ ਪੈਂਦੀ ਆ। ਮਤਲਬ ਕਈ ਵਾਰੀ ਜਿੱਦਾਂ ਹੁਣ ਕਈ ਐਸੇ ਸੈਟੇਲਾਈਟ ਆ ਜਿਹੜੀ ਇਨਫੋਰਮੇਸ਼ਨ ਤੋਂ ਸਪਾਈਂਗ ਸੈਟੇਲਾਈਟ ਜਿੱਦਾਂ US ਆ ਜਾਂ ਯੂਰਪ ਆ, ਤਦੇ ਤਾਂ ਇੰਡੀਆ ਕਈ ਕੰਟਰੀ ਨੂੰ ਆਪਣੇ ਮਿੱਤਰ ਬਣਾਉਂਦਾ ਕਿ ਸਾਡੇ ਕੋਲ ਜੇ ਉਹ ਟੈਕਨੋਲੋਜੀ ਅਵੇਲੇਬਲ ਨਹੀਂ ਹੈ, ਸਾਨੂੰ ਮਾੜਾ ਜਿਹਾ ਇਹ ਦੱਸੋ ਵੀ ਸਾਡੇ ਦੁਸ਼ਮਣ ਕੰਟਰੀ ਸਾਡੇ ਵਿਰੁੱਧ ਕਿੱਦਾਂ ਦੀਆਂ ਚਾਲਾਂ ਚੱਲ ਰਹੇ ਆ। ਤੇ ਤੁਸੀਂ ਦੇਖਦੇ ਆ ਵੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਤੇ ਲੇਹ ਲਦਾਖ ਦੇ ਵਿੱਚ ਬਹੁਤ ਸਾਰੀਆਂ ਟਨਲਸ ਹੈ ਜਿਹੜੀਆਂ ਇੰਡੀਆ ਦੀ ਰੇਂਜ 'ਚ ਨਹੀਂ ਆਉਂਦੀਆਂ ਜਾਂ ਨਹੀਂ ਆ, ਪਰ ਫਿਰ ਵੀ US ਜਾਂ ਇਜ਼ਰਾਈਲ ਹੈਲਪ ਕਰ ਦਿੰਦਾ, ਉਸ ਇਮੇਜ ਨੂੰ ਲੈ ਕੇ ਇੰਡੀਆ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ। ਗੱਲ ਸਮਝ ਆਉਂਦੀ ਆ? ਹਾਂਜੀ ਸਰ। ਇਹ ਮਿਲਟਰੀ ਵਾਸਤੇ, ਕਿਉਂਕਿ ਮਿਲਟਰੀ ਲਈ ਕੋਡਡ ਕਮਿਊਨੀਕੇਸ਼ਨ ਚਾਹੀਦੀ, ਮਿਲਟਰੀ ਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ। ਤੋਂ ਇਸੇ ਕਰਕੇ ਜਿਹੜਾ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਹੈ ਉਹਦੇ ਵਿੱਚ ਮਿਲਟਰੀ ਬੈਂਡ ਅਲੱਗ ਆ ਸੈਟੇਲਾਈਟ ਵਾਸਤੇ। ਮਤਲਬ ਮਿਲਟਰੀ ਵਾਸਤੇ ਸਪੈਸ਼ਲ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਆ। ਇਨਫੈਕਟ ਮੈਂ ਤੁਹਾਨੂੰ ਹੋਰ ਦੱਸਾਂ, ਪਹਿਲਾਂ ਸਾਰਾ ਹੀ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਜਿੰਨੀ ਫ੍ਰੀਕੁਐਂਸੀ ਰੇਂਜ ਆ ਸਾਰੀ ਮਿਲਟਰੀ ਦੁਆਰਾ ਕੈਪਚਰਡ ਸੀ, ਸਾਰਾ ਹੀ ਮਿਲਟਰੀ ਯੂਜ਼ ਕਰਦੀ ਸੀ। ਪਰ ਕਿਉਂਕਿ ਮਿਲਟਰੀ ਸਾਰੇ ਸਪੈਕਟਰਮ ਨੂੰ ਯੂਜ਼ ਨਹੀਂ ਕਰ ਪਾਉਂਦੀ ਸੀ, ਤੇ ਇਸ ਕਰਕੇ ਫਿਰ ਗਵਰਨਮੈਂਟ ਆਫ ਇੰਡੀਆ ਨੇ ਉਹਦਾ ਕੰਟਰੋਲ ਆਪਣੇ ਕੋਲ ਲਿਆ। ਆਰਮੀ ਵੀ ਤਾਂ ਇੰਡੀਆ ਦੇ, ਗਵਰਨਮੈਂਟ ਆਫ ਇੰਡੀਆ ਦੇ ਅੰਡਰ ਹੀ ਆ, ਪਰ ਉਹਦੇ ਵਿੱਚੋਂ ਸਪੈਕਟਰਮ ਫਿਰ ਕੁਝ ਸਪੈਕਟਰਮ ਦੀ ਆਕਸ਼ਨ ਕਰਨੀ ਸ਼ੁਰੂ ਕਰਤੀ, ਜਿਹਦੇ ਵਿੱਚ ਇਹਨੇ 2G 3G 4G ਨੈਟਵਰਕ ਬਣਾਏ। ਉਹ 2G 3G 4G ਦਾ ਮਤਲਬ ਸੈਕੰਡ ਜਨਰੇਸ਼ਨ, ਥਰਡ ਜਨਰੇਸ਼ਨ, ਫੋਰਥ ਜਨਰੇਸ਼ਨ। तो जिदा जिदा नैक्सट जनरेशन आती है, जिदा आप माइक्रो प्रोसैसर के कहना फस्ट जनरेशन का, सैकंड जनरेशन का, थर्ड जनरेशन, फोर्थ जनरेशन, फिफ्थ जनरेशन, इदा ही कंप्यूटर्स ने। तो जिदा जिदा जनरेशन अपकमिंग है, लेटेस्ट है, उदा उदा उन्होंने फीचर ज़्यादा आ। जे लैपटॉप की गल करिए, प्रोसैसर की गल करिए, टैक्नोलॉजी की गल करिए, सैटेलाइट की गल करिए, किसी भी चीज़ की गल करिए, तुसी खुद ही देखो। तुसी तो चलो बहुत छोटी एज के हैं, 18-20 साल के होंगे। ਤੁਸੀਂ ਆਪਣੇ ਪੇਰੈਂਟਸ ਨੂੰ ਪੁੱਛਿਓ ਅੱਜ ਤੋਂ 15-20 ਸਾਲ ਪਹਿਲਾਂ ਜਿਹੜੇ ਮੋਬਾਈਲ ਸੈੱਟ ਕਿਦਾਂ ਦੇ ਹੁੰਦੇ ਸੀ, ਉਹ ਅੱਜ ਵੀ ਮਿਲਦੇ ਆ। ਜਿਹੜੇ ਆਪਾਂ ਜਿਹਨੂੰ ਆਪਾਂ ਗੱਡੇ ਸੈੱਟ ਕਹਿੰਦੇ, ਜਿੱਦਾਂ ਨੋਕੀਆ ਦੇ ਪੁਰਾਣੇ ਸੈੱਟ ਆ, ਜਿਨ੍ਹਾਂ ਦੇ ਉਹ ਆਪਾਂ ਬਟਨ ਹੁੰਦੇ ਜਿਨ੍ਹਾਂ ਦੇ ਉੱਪਰ, ਠੀਕ ਹੈ। ਹਾਂਜੀ ਹਾਂ, ਤੇ ਹੁਣ ਟੱਚ ਸਕਰੀਨ ਆ ਗਿਆ, ਤੇ ਟੱਚ ਸਕਰੀਨ ਦੇ ਵਿੱਚ ਵੀ ਦੇਖੋ ਲੱਖ ਰੁਪਏ ਦਾ, 1.5 ਲੱਖ ਦਾ, 2 ਲੱਖ ਰੁਪਏ ਦਾ ਵੀ ਮੋਬਾਈਲ ਹੈਗਾ। ਉਹਦਾ ਕਾਰਨ ਹੈ ਉਹਦੇ ਵਿੱਚ ਫੀਚਰ ਜ਼ਿਆਦਾ, ਟੈਕਨੋਲੋਜੀ ਵਧੀਆ, ਪ੍ਰੋਸੈਸਿੰਗ ਫਾਸਟ। ਸਮਝ ਆ ਗਈ? तो ये सारी जड़ियाँ, चाहे टैलीफोन, टैलीविजन, डिजिटल सिनेमा की, रेडियो की, इंटरनेट सर्विस की, मिलटरी की, सारिया सर्विस असी एप्लीकेशन जड़ियाँ आ वो सैटेलाइट दी। फ्यूचर की है, फ्यूचर में असी की आस रखिए? फ्यूचर कम्यूनीकेशन सैटेलाइट विल हैव नंबर 1 मोर ऑन बोर्ड प्रोसैसिंग कैपेबिलिटी। मतलब ऑन बोर्ड प्रोसैसिंग कैपेबिलिटी ज़्यादा होगी, ज़्यादा पावर होएगी, लार्ज अपर्चर एंटीना लगाए जाएंगे। ज़्यादा जोड़ा लार्ज अपर्चर एंटीना का मतलब है ज़्यादा इनफॉर्मेशन गैदर करनी, जिन्ना अपर्चर ज़्यादा वड्डा होगा उन्ना उहदा जिहड़ा कैप्चरिंग एरिया, अफेक्टिव एरिया वो ज़्यादा होएगा इनफॉर्मेशन कलैक्ट करन दा। तुहानूं डिश एंटीना का मतलब थोड़ा जिहा मैं उहदा कंसैप्ट दसूँगा। अजकल मैं डिश एंटीना पढ़ा रहा, पैराबोलिक डिश एंटीना पढ़ा रहा, मैं तुहाडे नाल भी वो इनफॉर्मेशन साझी करूँगा, क्योंकि जिहड़ा असीं एंटीना पढ़ा रहे सी
ਉਹਦੇ ਵਿੱਚ ਪੈਰਾਬੋਲਾ ਡਿਸ਼ ਐਂਟੀਨਾ ਦਾ ਇੱਕ ਟੌਪਿਕ ਹੈਗਾ ਆ, ਸਮਝ ਆਈ? ਹੈਲੋ जी सर। हाँ, वो मैं टॉपिक ਤੁਹਾਡੇ ਨਾਲ शेयर करूंगा इस चैप्टर ਦੇ ਖਤਮ ਹੋਣ ਤੋਂ ਬਾਅਦ, ਠੀਕ ਹੈ? ਕਿਉਂਕਿ ਜਦੋਂ ਅਸੀਂ ਸੈਟੇਲਾਈਟ ਨੂੰ ਅਪਲਿੰਕ ਜਾਂ ਡਾਊਨਲਿੰਕ ਦੇ ਨਾਲ ਸਿਗਨਲ ਭੇਜਦੇ ਜਾਂ ਰਿਸੀਵ ਕਰਦੇ ਆ, ਸਾਨੂੰ ਐਂਟੀਨਾਸ ਤੇ ਚਾਹੀਦੇ ਆ, ਔਰ ਉਹ ਐਂਟੀਨਾ ਹਾਈ ਫ੍ਰੀਕੁਐਂਸੀ ਡਿਸ਼ ਐਂਟੀਨਾ ਨੇ, ਪੈਰਾਬੋਲਾਇਡ ਜਾਂ ਰਿਫਲੈਕਟਰ ਐਂਟੀਨਾਸ ਨੇ। ਉਹਦੀ ਵੀ ਆਪਾਂ ਗੱਲ ਕਰਾਂਗੇ, ਉਹ ਕਿੱਦਾਂ ਕੰਮ ਕਰਦਾ, ਕਿਸ ਪ੍ਰਿੰਸੀਪਲ ਤੇ ਕੰਮ ਕਰਦਾ, ਕਿੱਦਾਂ ਉਹਨੂੰ એનર્ਜਾਈਜ਼ ਕੀਤਾ ਜਾਂਦਾ, ਉਹਦੀਆਂ ਕੀ ਐਡਵਾਂਟੇਜ ਡਿਸਐਡਵਾਂਟੇਜ, ਕੀ ਸ਼ਾਰਟਕਮਿੰਗਸ ਨੇ, ਕਿੱਦਾਂ ਕਿੱਦਾਂ ਉਹਨੂੰ ਅਸੀਂ ਫੀਡ ਕਰਦੇ ਹਾਂ। ਉਹ ਆਪਾਂ ਜਦੋਂ ਆ ਖਤਮ ਹੋ ਗਿਆ ਤੁਹਾਡਾ ਲਾਸਟ ਟੌਪਿਕ ਹੀ ਆ, ਮਤਲਬ ਇਸ ਸਿਲੇਬਸ ਦਾ ਹੀ, ਚਾਣੀ ਬੁੱਕ ਦਾ ਹੀ, ਤੇ ਉਸ ਤੋਂ ਬਾਅਦ ਫਿਰ ਮੈਂ ਉਹ ਡਿਸਕਸ ਕਰੂੰਗਾ, ਠੀਕ ਹੈ? that will large aperture antennas that will enable satellites to handle more bandwidth। तो naturally ज़्यादा bandwidth ਨੂੰ enable ਕਰਨ ਵਾਸਤੇ ਸਾਨੂੰ ਇਹ ਜਿਹੜੇ ਪਲੱਸ ਪੁਆਇੰਟ ਹੈ ਇਹ ਸੈਟੇਲਾਈਟ ਦੇ ਚਾਹੀਦੇ ਨੇ। ਬੈਂਡਵਿਡਥ ਜ਼ਿਆਦਾ ਅਸੀਂ ਅਵੇਅਰ ਕਰ ਸਕਦੇ ਹਾਂ, ਜ਼ਿਆਦਾ ਬੈਂਡਵਿਡਥ ਦੇ ਵਿੱਚ ਸਾਨੂੰ ਹੋਰ ਨੰਬਰ ਆਫ ਇਨਫੋਰਮੇਸ਼ਨ ਜਿਹੜੀ ਅਸੀਂ ਉਹ ਕਲੈਕਟ ਕਰ ਸਕਦੇ ਹਾਂ। ਦੀ ਡਿਮਾਂਡ ਫॉर more bandwidth will ensure the longer term viability of the commercial satellite industry well into 21st century। ਜਿੱਦਾਂ ਅਸੀਂ ਕਹਿੰਦੇ ਆ ਕਿ ਲਾਈਨ ਕਮਿਊਨੀਕੇਸ਼ਨ ਦੇ ਵਿੱਚ ਜਿੱਦਾਂ ਸਿੰਪਲ ਪੈਰਲਲ ਵਾਇਰ ਲਾਈਨ ਹੈ, ਕੋਐਕਸ਼ਲ ਹੈ, ਉਸ ਤੋਂ ਬਾਅਦ ਵੇਵਗਾਈਡ ਆ ਗਿਆ, ਫਿਰ ਜੇ ਇਹਦੀ ਇਨਫੋਰਮੇਸ਼ਨ ਕੈਰਿੰਗ ਕਪੈਸਿਟੀ ਘੱਟ ਆ ਤੇ ਫਿਰ ਇਸ ਤੋਂ ਬਾਅਦ ਹੈਗੀ ਆ ਆਪਟੀਕਲ ਫਾਈਬਰ ਦੀ, ਕਿਉਂਕਿ ਆਪਟੀਕਲ ਫਾਈਬਰ ਦੀ ਜਿਹੜੀ ਫ੍ਰੀਕੁਐਂਸੀ ਰੇਂਜ ਆ ਟੈਰਾਹਰਟਸ ਦੇ ਵਿੱਚ ਹੈ ਤੇ ਉਹਦਾ ਕੈਰੀਅਰ ਬਹੁਤ ਜ਼ਿਆਦਾ ਇਨਫੋਰਮੇਸ਼ਨ ਕੈਰੀ ਕਰ ਸਕਦਾ, ਠੀਕ ਨਹੀਂ? ਸੈਟੇਲਾਈਟ ਦੀ ਫ੍ਰੀਕੁਐਂਸੀ ਟੈਰਾਹਰਟਸ ਤਾਂ ਨਹੀਂ ਹੈਗੀ, ਕੁਝ ਮੈਗਾਹਰਟਸ ਦੇ ਵਿੱਚ, ਠੀਕ ਨਹੀਂ? ਫਿਰ ਵੀ ਕਾਫੀ ਬੈਂਡਵਿਡਥ, ਜਿੰਨੇ ਮਾਡਰਨ ਸੈਟੇਲਾਈਟ ਆ ਉਹਨਾਂ ਦੀ ਬੈਂਡਵਿਡਥ ਜਾਣੀ ਉਹਨੂੰ ਅੱਗੇ ਅੱਗੇ ਐਡਵਾਂਸ ਜਿਹੜੇ ਬੈਂਡ ਆ, ਪਹਿਲਾਂ ਜਿੱਦਾਂ ਐਲ ਐਸ ਸੀ ਕੇ ਕੇ ਯੂ ਕੇ ਏ ਬੈਂਡ ਦੇ ਵਿੱਚ ਅਸੀਂ ਇਹਨੂੰ ਆਪਰੇਟ ਕਰਦੇ ਸੀ, ਠੀਕ ਨਹੀਂ? ਤੇ ਉਹ ਜਿੱਦਾਂ ਕੁਝ ਗੀਗਾਹਰਟਸ ਤੱਕ ਦੀ ਗੱਲ ਹੈ, ਜਿੱਦਾਂ ਐਕਸ ਬੈਂਡ ਜਿਹੜਾ 8 ਤੋਂ ਲੈ ਕੇ 12.5 ਗੀਗਾਹਰਟਸ ਹੈ, ਠੀਕ ਹੈ? ਕੇ ਯੂ ਤੇ ਕੇ ਏ ਬੈਂਡ ਜਿਹੜੇ ਆ ਉਹ 12.5 ਤੋਂ ਲੈ ਕੇ 26 ਤੋਂ ਲੈ ਕੇ 40 ਇੱਦਾਂ ਅੱਗੇ ਜਾ ਕੇ ਉਹ ਗੀਗਾਹਰਟਸ ਦੇ ਵਿੱਚ, ਤੋਂ ਬੈਂਡਵਿਡਥ ਵਾਹਵਾ ਬਣ ਜਾਂਦੀ ਹੈ, ਉਹਦੇ ਵਿੱਚ ਹਿਊਜ ਜਿਹੜੀ ਇਨਫੋਰਮੇਸ਼ਨ ਹੈ ਉਹ ਅਸੀਂ ਲੈ ਸਕਦੇ ਹਾਂ। ਸੋ 21st ਸੈਂਚੁਰੀ ਦਾ ਮਤਲਬ ਹੈ ਕਮਰਸ਼ੀਅਲ ਸੈਟੇਲਾਈਟ ਇੰਡਸਟਰੀ ਦਾ ਮਤਲਬ ਹੈ ਵੀ ਜੇ ਅਸੀਂ ਉਹਨੂੰ ਕਮਰਸ਼ਲੀ ਲੋਕਾਂ ਨੂੰ ਅਵੇਲੇਬਲ ਕਰਾਉਣਾ, ਤੇ ਕਮਰਸ਼ਲੀ ਦਾ ਮਤਲਬ ਹੈ ਹਰ ਬੰਦਾ ਆਪਣਾ ਇਨਫੋਰਮੇਸ਼ਨ ਥਰੂ ਸੈਟੇਲਾਈਟ ਭੇਜਣਾ ਚਾਹੇਗਾ, ਤੇ ਜੇ ਵੱਧ ਤੋਂ ਵੱਧ ਅਸੀਂ ਇਨਫੋਰਮੇਸ਼ਨ ਨੂੰ ਅਸੈਸ ਕਰਨੀ ਆ ਜਾਂ ਭੇਜਣੀ ਆ ਜਾਂ ਟਰਾਂਸਮਿਟ ਕਰਨੀ ਆ, ਤੇ ਫਿਰ ਇਹਦਾ ਮਤਲਬ ਹੈ ਸਾਨੂੰ ਉਹਦੀ ਬੈਂਡਵਿਡਥ ਜ਼ਿਆਦਾ ਚਾਹੀਦੀ ਹੈ। ਪਤਾ ਲੱਗ ਗਿਆ ਨਾ? ਹੈਲੋ, ਬੈਂਡਵਿਡਥ ਜ਼ਿਆਦਾ, ਹੈਲੋ हाँ जी सर। ਲਾਰਜ ਬੈਂਡਵਿਡਥ ਦਾ ਮਤਲਬ ਲਾਰਜ ਇਨਫੋਰਮੇਸ਼ਨ ਕੈਰਿੰਗ ਕਪੈਸਿਟੀ। ਅੱਛਾ, ਇਨ ਐਡੀਸ਼ਨ ਅਦਰ ਟੈਕਨੀਕਲ ਇਨੋਵੇਸ਼ਨ, ਬਾਕੀ ਇਨੋਵੇਸ਼ਨਸ ਕੀ ਹੋਣਗੇ, ਜਿਵੇਂ ਸੱਚ ਐਜ਼ ਲੋ ਕਾਸਟ ਰੀਯੂਜ਼ੇਬਲ ਲਾਂਚ ਵਹੀਕਲਸ ਆਰ ਇਨ ਡਿਵੈਲਪਮੈਂਟ। ਅੱਛਾ, ਮੰਨ ਲਓ ਇੱਕ ਸੈਟੇਲਾਈਟ ਲਈ ਇੱਕ ਵਹੀਕਲ ਜਦੋਂ ਜਿਹਦਾ ਉਹਨੂੰ ਲਾਂਚ ਕਰਨ ਵਾਸਤੇ ਜਿਹੜੀ ਉਹਦੇ ਲਾਂਚਿੰਗ ਵਹੀਕਲ ਬਣਾਏ ਜਾਂਦੇ ਆ, ਜਿੱਦਾਂ ਲਾਂਚਿੰਗ ਜਿਹੜਾ ਵੀ ਮਾਡਰਨ ਸੈਟੇਲਾਈਟ ਉਦਾਂ ਦਾ ਉਹਦੇ ਲਾਂਚਿੰਗ ਵਹੀਕਲ ਬਣਾਇਆ ਜਾਂਦਾ, ਉਹ ਇੱਕ ਕਿਸਮ ਦਾ ਰਾਕਟ ਹੈ, ਠੀਕ ਹੈ? ਤੇ ਉਹ ਅਸੀਂ ਕਰਾਂਗੇ ਵੀ ਜਿਹੜੇ ਪਹਿਲਾਂ ਰੀਯੂਜ਼ ਹੋ ਚੁੱਕੇ ਆ ਲਾਂਚਿੰਗ ਵਹੀਕਲ, ਉਹਦੇ ਵਿੱਚ ਥੋੜੀ ਜਿਹੀ ਟੈਕਨੀਕਲ ਇਨੋਵੇਸ਼ਨ ਬਣਾ ਕੇ ਉਹਨੂੰ ਘੱਟ ਕਾਸਟ ਤੇ ਬਣਾਇਆ ਜਾ ਸਕਦਾ। ਇਹ ਫਰਦਰ ਫਿਊਚਰ ਦੀ ਡਿਵੈਲਪਮੈਂਟ। ਗੱਲ ਮੇਰੀ ਪੱਲੇ ਪਈ, ਤੁਹਾਡੀ ਸਮਝ ਆਈ? ਕਿ ਜਿਹੜੇ ਜਿੱਦਾਂ ਹੁਣ ਇੰਡੀਆ ਨੇ INS ਵਿਰਾਟ ਸਮੁੰਦਰੀ ਜਹਾਜ਼ ਖਰੀਦਿਆ ਰਸ਼ੀਆ ਤੋਂ, ਰਸ਼ੀਆ ਜਾਣੀ ਕਿ 20-25 ਸਾਲ ਉਹਨੇ ਪੁਰਾਣੀ ਟੈਕਨੋਲੋਜੀ ਦਿੱਤੀ, ਫਿਰ ਵੀ ਇਹਨਾਂ ਨੇ ਉਹਨੂੰ ਖਰੀਦ ਲਿਆ, ਉਹਦੇ ਵਿੱਚ ਥੋੜੀ ਜਿਹੀ ਅਪਲਿਫਟਮੈਂਟ ਕਰਤੀ, ਉਹਨੂੰ ਮਾਡਰਨਾਈਜ਼ ਕਰ ਲਿਆ, ਠੀਕ ਹੈ? ਗੱਲ ਸੀਗਾ ਪੁਰਾਣਾ ਹੀ ਬੇਸ, ਪਰ ਉਹਦੇ ਵਿੱਚ ਟੈਕਨੋਲੋਜੀ ਥੋੜੀ ਜਿਹੀ ਨਵੀਂ ਲਗਾ ਕੇ ਉਹਨੂੰ ਮਾਡਰਨਾਈਜ਼ ਕਰਕੇ ਉਹਨੂੰ ਆਪਣੇ ਮਤਲਬ ਨੇਵੀ ਪਰਪਸ ਵਾਸਤੇ ਉਹਨੂੰ ਯੂਜ਼ ਕਰ ਲਿਆ। ਪਤਾ ਲੱਗ ਗਿਆ ਨਾ? ਇੰਡੀਆ ਦੇ ਵਿੱਚ 3 ਤਰ੍ਹਾਂ ਦੀਆਂ ਫੋਰਸਸ ਨੇ, 에ਅਰ ਫੋਰਸ, ਆਰਮੀ ਤੇ ਨੇਵੀ। ਤੇ ਨੇਵੀ ਵਾਸਤੇ ਸ਼ਿਪ ਤਾਂ ਚਾਹੀਦੇ ਹੀ ਆ ਨਾ? हाँ जी सर। ਹਾਂ, ਔਰ ਉਹਦੇ ਉੱਪਰ ਵੀ ਰਡਾਰ ਲੱਗੀ ਆ, ਉਹਦੇ ਉੱਪਰ ਵੀ ਸੈਟੇਲਾਈਟ ਦੇ ਥਰੂ ਇਨਫੋਰਮੇਸ਼ਨ ਅਸੀਂ ਲੈਣੀ ਤੇ ਕਲੈਕਟ ਕਰਨੀ ਹੈ, ਠੀਕ ਹੈ? ਫਰਦਰ ਇੰਪਰੂਵਮੈਂਟਸ ਇਨ ਸੈਟੇਲਾਈਟ ਪ੍ਰੋਪਲਸ਼ਨ ਐਂਡ ਪਾਵਰ ਸਿਸਟਮਸ ਵਿਲ ਇਨਕਰੀਜ਼ देयर ਸਰਵਿਸ ਲਾਈਫ ਟੂ 20-30 ਈਅਰਸ ਫਰੋਮ। ਜਿਹੜੇ ਇਸ ਵੇਲੇ ਜਿਹੜੀ ਲਾਈਫ ਹੈ ਉਹ 10 ਤੋਂ 15 ਸਾਲ ਹੈ। ਉਹ ਕਹਿੰਦਾ ਜੇ ਸੈਟੇਲਾਈਟ ਦਾ ਜਿਹੜਾ ਪ੍ਰੋਪਲਸ਼ਨ ਸਿਸਟਮ ਹੈ ਜਾਂ ਪਾਵਰ ਸਿਸਟਮ ਹੈ, ਜੇ ਇਹਨੂੰ ਅਸੀਂ ਜ਼ਿਆਦਾ ਇੰਪਰੂਵ ਕਰ ਦੇਵਾਂਗੇ ਫਿਰ ਲਾਈਫ ਆਲਮੋਸਟ ਡਬਲ ਹੋ ਜਾਏਗੀ। ਪਤਾ ਲੱਗ ਗਿਆ ਨਾ? ਜਿੱਦੇ ਅੱਗੇ 10 ਤੋਂ 15 ਹੁਣ 20 ਤੋਂ 30 ਹੋ ਜਾਏਗੀ। ਬੱਲੇ ਭਾਈ, ਹੈਲੋ
जी सर हाँ सर हाँ जी, हाँ जी बोलो। ਜਿਹੜੇ ਸਰ ਜਿੱਦਾਂ ਦੂਰਦਰਸ਼ਨ ਦੇ ਵਿੱਚ ਲੱਗੇ ਹੋਏ ਆ ਅਪਲਿੰਕ ਐਂਟੀਨਾਸ ਹਾਂ ਦੂਰਦਰਸ਼ਨ ਸਰ ਦੇ ਉਹ ਵਿੱਚ ਬੱਚੇ ਦੇਖ, ਜਿੱਦਾਂ ਦੂਰਦਰਸ਼ਨ ਹੈ, ਮੰਨ ਲਓ ਜਲੰਧਰ ਦੇ ਵਿੱਚ, ਪੰਜਾਬ ਦੇ ਵਿੱਚ ਮੈਚ ਹੋ ਰਿਹਾ ਮੋਹਾਲੀ 'ਚ, ਉਹਦੀ ਕਵਰੇਜ ਕਰ ਰਿਹਾ ਡੀਡੀ, ਹਨਾ, ਜਾਂ ਅਸੀਂ ਕਹਿੰਦੇ ਅੰਮ੍ਰਿਤਸਰ ਮੈਚ ਹੋ ਰਿਹਾ, ਮੇਰੀ ਗੱਲ ਸਮਝ ਆਈ। ਪਰ ਅਸੀਂ ਉਹਨੂੰ ਪੂਰੇ ਵਰਲਡ ਦੇ ਵਿੱਚ ਬਰੋਡ ਟੈਲੀਕਾਸਟ ਕਰਨਾ, ਟੈਲੀਕਾਸਟ ਹੋਇਆ ਜਾਂ ਬਰੋਡਕਾਸਟ ਹੋਇਆ, ਗੱਲ ਇੱਕੋ ਸਮਝ ਆਈ। ਫਿਰ ਕੀ ਹੁੰਦਾ ਕਿ ਜਿਹੜਾ ਉਹ ਮੈਚ ਹੈ, ਜਿੰਨੇ ਕੈਮਰਾਜ਼ ਨੇ ਆਲੇ ਦੁਆਲੇ 25 30 50 100 ਕੈਮਰਾਜ਼ ਨੇ, ਉਹ ਸਾਰੇ ਮੈਚ ਦੀ ਕਵਰੇਜ ਕਰਦੇ। ਜਿੰਨੇ ਕੈਮਰਾ ਆ ਉਹ ਆਪਸ ਵਿੱਚ ਹੀ ਇੰਟਰਕਨੈਕਟਡ ਓਬੀ ਬੈਨ ਨਾਲ ਲੱਗੇ ਹੁੰਦੇ ਆ, ਇੱਕ ਉੱਥੇ ਓਬੀ ਬੈਨ ਬਾਹਰ ਖੜੀ ਹੁੰਦੀ ਆ, ਉਹਦੇ ਵਿੱਚ ਕੰਪਲੀਟ ਇਨਫੋਰਮੇਸ਼ਨ ਜਿਹੜੀ ਜੀ ਆ ਉਹ ਫਿਰ ਕੰਟਰੋਲ ਸੈਂਟਰ ਨੂੰ ਭੇਜੀ ਜਾਂਦੀ ਆ, ਉਹ ਫਿਰ ਐਡੀਟਿੰਗ ਕਰਕੇ ਇਨਫੋਰਮੇਸ਼ਨ ਭੇਜਦੇ ਆ ਸੈਟੇਲਾਈਟ ਨੂੰ ਥਰੂ ਕੇਯੂ ਬੈਂਡ, ਤੇ ਸੈਟੇਲਾਈਟ ਉਹਨੂੰ ਫਰਦਰ ਪ੍ਰੋਪੀਗੇਟ ਕਰਦਾ। ਆਪ ਸਮਝ ਆ ਗਈ? ਜੀ ਸਰ ਜਿਹੜੇ ਉਹ ਐਂਟੀਨਾਸ ਹੁੰਦੇ ਨੇ ਹਾਂ ਉਹਨਾਂ ਹਾਂ, ਦੀ ਸਰ ਡਾਇਰੈਕਸ਼ਨ ਪਤਾ ਲੱਗਦੀ ਹੈ ਕਿੱਧਰ ਨੂੰ ਮਤਲਬ ਲਗਾਉਣਾ ਹੈ ਉਹ ਮੈਂ ਤੁਹਾਨੂੰ ਐਂਟੀਨਾ। ਉਹ ਜਿਹੜੇ ਐਂਟੀਨਾਜ਼ ਹੈ, ਜਿੱਦਾਂ ਹੁਣ ਤੱਕ ਤਾਂ ਆਪਾਂ ਯਾਗੀ ਉਹਦਾ ਐਂਟੀਨਾ ਦੀ ਗੱਲ ਕੀਤੀ ਆ, ਜਿੱਦਾਂ ਡਾਈਪੋਲ ਜੀ ਐਂਟੀਨਾ ਸਰ ਦੀ ਗੱਲ ਕੀਤੀ ਆ, ਹਾਫ ਵੇਵ ਡਾਈਪੋਲ ਐਂਟੀਨਾ ਦੀ ਗੱਲ ਕੀਤੀ ਆ, ਬ੍ਰੌਡ ਸਾਈਡ ਐਰੇ, ਐਂਡ ਫਾਇਰ ਐਰੇ, ਤੇ ਉਹਦੀ ਗੱਲ ਕੀਤੀ ਆ। ਜਦੋਂ ਮੈਂ ਡਿਸ਼ ਐਂਟੀਨਾ ਦੀ ਗੱਲ ਕਰੂੰਗਾ ਨਾ, ਇਹ ਤੋਂ ਬਾਅਦ ਉਹ ਤੋਂ ਤੁਹਾਨੂੰ ਮੈਂ ਡਾਇਰੈਕਟਿਵਿਟੀ ਦੀ ਗੱਲ ਕਰੂੰਗਾ, ਬੀਮ ਵਿਡਥ ਦੀ ਗੱਲ ਕਰੂੰਗਾ, ਗੇਨ ਦੀ ਗੱਲ ਕਰੂੰਗਾ, ਤੇ ਰੇਡੀਏਸ਼ਨ ਪੈਟਰਨ ਦੀ ਗੱਲ ਕਰੂੰਗਾ। ਪਤਾ ਲੱਗ ਗਿਆ? ਹਾਂਜੀ ਸਰ ਹਾਂ ਕੋਈ ਗੱਲ ਨਹੀਂ, ਨੋ ਪ੍ਰੋਬਲਮ। ਵੈਸੇ ਤਾਂ ਮੈਂ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੇ ਪਹਿਲੇ ਐਂਟੀਨਾਜ਼ ਆ ਉਹਦੇ ਵਿੱਚ ਰੇਡੀਏਸ਼ਨ ਪੈਟਰਨ ਬਾਰੇ ਸ਼ੇਅਰ ਕੀਤੀ, ਦੁਬਾਰਾ ਮੈਂ ਫਿਰ ਸ਼ੇਅਰ ਕਰ ਦੂੰਗਾ, ਠੀਕ ਹੈ, ਕੋਈ ਗੱਲ ਨਹੀਂ। ਕਿਉਂਕਿ ਵਾਈਲ ਟੀਚਿੰਗ ਯੂ ਪੀਪਲ ਡਿਸ਼ ਐਂਟੀਨਾ ਪੈਰਾਬੋਲਿਕ ਰਿਫਲੈਕਟਰ। ਅੱਛਾ ਅੱਗੇ ਕੀ ਹੈ, ਕਨਕਲੂਡ ਕੀ ਕੀਤਾ ਉਹਨੇ, ਬਾਈ ਗੋਇੰਗ ਥਰੂ ਦੀ ਅਬਵ ਸਲਾਈਡਸ। ਆ ਹੁਣ ਸਾਰੀਆਂ ਪੀਪੀਟੀ ਸੀਗੀਆਂ, ਸਲਾਈਡਸ ਬਣੀਆਂ ਸੀ। ਵੀ ਕੇਮ ਟੂ ਨੋ ਦੈਟ ਸੈਟੇਲਾਈਟ ਇਜ਼ ਮੋਸਟਲੀ ਰਿਸਪੌਂਸੀਬਲ ਫॉर ਕਾਹਦੇ ਲਈ, ਟੈਲੀਕਮਿਊਨੀਕੇਸ਼ਨ ਟਰਾਂਸਮਿਸ਼ਨ ਵਾਸਤੇ, ਟੈਲੀਵਿਜ਼ਨ ਸਿਗਨਲ ਦੀ ਰਿਸੈਪਸ਼ਨ ਵਾਸਤੇ, ਤੇ ਵੈਦਰ ਦੀ ਫੋਰਕਾਸਟਿੰਗ ਵਾਸਤੇ। ਮਤਲਬ ਟੈਲੀਕਮਿਊਨੀਕੇਸ਼ਨ ਟਰਾਂਸਮਿਸ਼ਨ ਮੈਨੂੰ ਦੂਰ ਤੱਕ ਜਿਹੜੀ ਅਸੀਂ ਖਬਰ ਸੰਚਾਰ ਕਰਦੇ ਹਾਂ, ਸੰਚਾਰ ਕਿਸਮ ਦਾ ਦੂਰ ਤੱਕ ਸੰਚਾਰ ਮੀਡੀਅਮ ਹੈ, ਟੈਲੀਵਿਜ਼ਨ ਸਿਗਨਲ ਰਿਸੀਵ ਕਰਨਾ, ਰੇਡੀਓ ਸਿਗਨਲ ਰਿਸੀਵ ਕਰਨਾ, ਵੈਦਰ ਦੀ ਫੋਰਕਾਸਟਿੰਗ ਕਰਨੀ। ਹਜੇ ਤਾਂ ਉਹਨੇ ਤਿੰਨ ਹੀ ਦਸੀਆਂ, ਰਿਮੋਟ ਸੈਂਸਿੰਗ, ਠੀਕ ਹੈ, ਔਰ ਐਸੇ ਏਰੀਆਜ਼ ਨੂੰ ਲੋਕੇਟ ਕਰਨਾ ਜਿੱਥੇ ਬੰਦੇ ਦੀ ਅਪਰੋਚ ਨਹੀਂ ਹੈਗੀ, ਵੋਲਕੈਨੋ ਦੀ ਜਿੱਦਾਂ ਜਵਾਲਾਮੁਖੀ ਫੁੱਟਦੇ ਨੇ, ਸਮੁੰਦਰ ਦੇ ਕੁਝ ਐਸੇ ਏਰੀਆ ਨੂੰ ਦੇਖਣਾ, ਅਰਥ ਨੂੰ ਐਕਸਪਲੋਰ ਕਰਨਾ, ਇਹ ਸਕਾਈ ਦੀ ਸਟੱਡੀ ਕਰਨੀ, ਸਪੇਸ ਦੀ ਸਟੱਡੀ ਕਰਨੀ, ਐਸਟਰੋਨੋਮੀ ਦੀ ਸਟੱਡੀ ਕਰਨੀ। ਗੱਲ ਬੱਲੇ ਪਈ? ਹੈਲੋ, ਹਾਂ ਜੀ ਸਰ ਮੈਂ ਇਹ ਤਿੰਨ ਐਪਲੀਕੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਐਪਲੀਕੇਸ਼ਨ ਦੇ ਤੁਸੀਂ ਨੈਟ ਤੇ ਵੀ ਦੇ ਸਕਦੇ ਹੋ, ਤੁਹਾਨੂੰ ਸ਼ੇਅਰ ਵੀ ਕਰ ਸਕਦੇ ਹੋ, ਕੋਈ ਗੱਲ ਨਹੀਂ, ਠੀਕ ਹੈ। ਹਾਂਜੀ ਸਰ ਓਕੇ ਜੀ, ਥੈਂਕ ਯੂ। ਠੀਕ ਹੈ, ਇਹ ਹੁਣ ਤੁਹਾਡਾ ਦੇਖੋ 53 ਸਲਾਈਡ ਸੀਗੀਆਂ, ਇਹ ਖਤਮ ਹੋ ਗਈਆਂ। ਮੈਂ ਤੁਹਾਡੇ ਨਾਲ ਕੱਲੀ ਕੱਲੀ ਚੀਜ਼ ਇਹ ਸ਼ੇਅਰ ਕੀਤੀ ਆ, ਇਹਨੂੰ ਕਰ ਲਓ, ਇਹਦੇ ਵਿੱਚੋਂ ਇੱਕ ਦੋ ਕੁਐਸਚਨ ਬਣਨੇ ਵਧੀਆ ਬਣਨੇ ਆ, ਤੇ ਬਾਕੀ ਜਿਹੜਾ ਤੁਹਾਡਾ ਕੁਐਸਚਨ ਆ ਮਿਸ਼ਨ ਮਾਰਸ ਵਾਲਾ, ਉਹ ਮੈਂ ਤੁਹਾਨੂੰ ਦੱਸੂਗਾ ਨੈਕਸਟ, ਰਾਈਟ। ਇਹ ਸਟਾਪ ਹੋ ਗਏ, ਓਕੇ ਕੋਈ ਸਰ ਕੁਐਸਚਨ, ਕੋਈ ਮਾਈਂਡ 'ਚ ਤੁਹਾਡੇ ਕੁਐਸਚਨ? ਨਹੀਂ ਸਰ ਓਕੇ, ਆਈ ਐਮ ਗੋਇੰਗ ਟੂ ਸਟਾਪ। ਸਕਰੀਨਸ਼ਾਟ ਲੈ ਲਓ, ਸਕਰੀਨਸ਼ਾਟ ਲੈ ਓਕੇ ਕੇ ਸਰ ਮੈਨੂੰ ਵਾਪਸ ਭੇਜਣਾ। ਦੋ ਬੱਚੇ ਜੁੜੇ ਸਰ, ਲੈ ਲਿਆ? ਹਾਂਜੀ ਸਰ ਚਲੋ ਠੀਕ।